हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਪੰਜਾਬ ਟੈਟ ਦਾ ਪ੍ਰੀਵੀਅਸ ਪੇਪਰ 2016 ਦਾ ਲੈ ਕੇ ਆਏ ਹਾਂ, ਜਿਹਦੇ ਵਿੱਚ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ਜਿਹਨੂੰ ਆਪਾਂ ਸਾਈਕੋ ਕਹਿ ਦਿੰਦੇ ਹਾਂ, ਇਸ ਤੇ ਕਿਹੜੇ ਕੁਐਸਚਨ ਪੁੱਛੇ ਗਏ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿਉਂਕਿ ਪ੍ਰੀਵੀਅਸ ਜੋ ਪੇਪਰ ਹੋਏ ਨੇ, ਐਗਜ਼ਾਮ ਹੋਏ ਨੇ, ਤਾਂ ਇਹਨਾਂ ਵਿੱਚੋਂ ਕਾਫੀ ਸਾਰੇ ਕੁਐਸਚਨ ਹੈ ਜਿਹੜੇ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਤਾਂ ਸਟਾਰਟ ਕਰਦੇ ਹਾਂ ਜੀ। ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਹੈ ਜਿਹੜੀ ਮਿਲਦੀ ਰਹੇ। ਸੋ ਸਾਰੇ ਕੁਐਸਚਨ ਤੁਹਾਨੂੰ ਪ੍ਰੋਵਾਈਡ ਕਰਾਂਗੇ ਜੋ ਵੀ ਹੁਣ ਤੱਕ ਪੰਜਾਬ ਟੈਟ ਦਾ ਐਗਜ਼ਾਮ ਹੋਇਆ ਹੈ ਅਤੇ ਕਿਹੜੇ ਕੁਐਸਚਨ ਜਿਹੜੇ ਸਾਈਕੋ ਦੇ ਇਹਦੇ ਵਿੱਚ ਪੁੱਛੇ ਗਏ ਨੇ। ਸੋ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਤੰਬਰ 2016 ਦਾ ਪੰਜਾਬ ਟੈਟ ਦੇ ਪ੍ਰੀਵੀਅਸ ਕੁਐਸਚਨ ਇਹ ਪੈਡਾਗੋਜੀ ਦੇ। ਤਾਂ ਇਹਦੇ ਵਿੱਚ ਪਹਿਲਾ ਪ੍ਰਸ਼ਨ ਸੀ, ਮੋੜ ਦੇ ਨਿਯਮ ਸਿੱਖਦੇ ਸਮੇਂ ਹੋਣ ਵਾਲੀ ਗੱਲਬਾਤ ਕੀ ਦਰਸਾਉਂਦੀ ਹੈ? ਤਾਂ ਇਹ ਦਰਸਾਉਂਦੀ ਹੈ ਜੀ ਵਿਹਾਰਕ। ਆਪਸ਼ਨ ਡੀ ਇਹਦੇ ਵਿੱਚ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਹਨਾਂ ਦੇ ਵਿੱਚੋਂ ਕਿਹੜਾ ਸਭ ਤੋਂ ਘੱਟ ਪਾਬੰਦੀ ਵਾਲਾ ਜਮਾਤ ਦਾ ਵਾਤਾਵਰਨ ਹੈ? ਸੋ 4 ਆਪਸ਼ਨਾਂ ਇਹਦੇ ਵਿੱਚ ਜਿਹੜੀਆਂ ਦਿੱਤੀਆਂ ਗਈਆਂ ਨੇ। ਸੋ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਏਗਾ ਆਪਸ਼ਨ ਸੀ ਆਏਗਾ। ਖਾਸ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪੜ੍ਹਾਈ ਅਜਿਹੀ ਵਿਵਸਥਾ ਵਿੱਚ ਦਿੱਤੀ ਜਾਂਦੀ ਹੈ ਜੋ ਕਿ ਆਮ ਬੱਚਿਆਂ ਵਰਗੀ ਹੁੰਦੀ ਹੈ। ਤਾਂ ਇਸ 'ਤੇ ਰਾਈਟ ਹੈ ਜਿਹੜਾ ਆਨਸਰ ਆਏਗਾ ਆਪਸ਼ਨ ਸੀ। ਅਗਲਾ ਪ੍ਰਸ਼ਨ ਹੈ, ਪ੍ਰਮਾਣਿਕ ਮਾਪਨ ਦਰਸਾਉਂਦਾ ਹੈ, ਕੀ ਦਰਸਾਉਂਦਾ ਹੈ? ਤਾਂ ਇਹਦਾ ਰਾਈਟ ਆਨਸਰ ਆਏਗਾ ਆਪਸ਼ਨ ਏ, ਉਹ ਪ੍ਰਕਿਰਿਆ ਜਿਸ ਵਿੱਚ ਵਿਦਿਆਰਥੀਆਂ ਦੀ ਯੋਗਤਾ ਦੀ ਨਿਰੀਖਣ ਉਹਨਾਂ ਦੀ ਆਪਣੀ ਅਸਲੀ ਜ਼ਿੰਦਗੀ ਦੇ ਹਿੱਸਿਆਂ ਵਿੱਚੋਂ ਲੈ ਕੇ ਕੀਤਾ ਜਾਵੇ। ਯਾਨੀ ਕਿ ਉਹ ਨਿਰੀਖਣ ਹੁੰਦਾ ਹੈ ਜੋ ਵਿਦਿਆਰਥੀਆਂ ਦੀ ਯੋਗਤਾ ਹੈ ਅਤੇ ਉਹਨਾਂ ਦੀ ਜੋ ਅਸਲ ਜ਼ਿੰਦਗੀ ਹੈ ਤਾਂ ਉਹਨਾਂ ਦੇ ਹਿੱਸਿਆਂ ਵਿੱਚੋਂ ਲੈ ਕੇ ਜਿਹੜਾ ਪ੍ਰੀਖਣ ਕੀਤਾ ਜਾਂਦਾ ਹੈ ਅਤੇ ਉਹ ਪ੍ਰਕਿਰਿਆ ਜਿਹੜੀ ਪ੍ਰਮਾਣਿਕ ਮਾਪਣ ਦਰਸਾਉਂਦੀ ਹੈ। ਤਾਂ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 4, ਮੇਹਰ ਦੀ ਥਾਂ 'ਤੇ ਕੋਈ ਵੀ ਨਾਮ ਹੈ ਜਿਹੜਾ ਹੋ ਸਕਦਾ ਹੈ। ਆਪਣੇ ਮਾਤਾ ਪਿਤਾ ਦੇ ਵਿਆਹ ਤੋਂ 15 ਸਾਲ ਬਾਅਦ ਹੋਈ। ਉਸ ਦੀ ਮਾਂ ਸ਼ੁਰੂ ਤੋਂ ਹੀ ਉਸ ਨੂੰ ਹਰ ਮੁਸੀਬਤ ਪਹੁੰਚਾਉਣ ਵਾਲੀ ਜਿਹੜੀ ਬਣਦੀ ਰਹੀ। ਉਸ ਦੇ ਪਿਤਾ ਇੱਕ ਅਮੀਰ ਵਪਾਰੀ ਹੋਣ ਕਾਰਨ ਉਸ ਦੀ ਹਰ ਮੰਗ ਨੂੰ ਪੂਰਾ ਕਰਦੇ ਰਹੇ। ਕਦੀ ਨਾ ਕਦੀ ਨਹੀਂ ਕੀਤੀ ਜਾਂਦੀ ਅਤੇ ਜਦ ਕਿ ਕਈ ਵਾਰ ਬਿਨਾਂ ਲੋੜ ਦੇ ਵੀ ਉਹ ਕਈ ਇਹੋ ਜਿਹੀਆਂ ਚੀਜ਼ਾਂ ਦੀ ਮੰਗ ਕਰਦੀ ਜੋ ਕਿ ਜ਼ਰੂਰੀ ਵੀ ਨਹੀਂ ਹੁੰਦੀਆਂ ਸੀ। ਜਦ ਉਹ ਆਪਣੀਆਂ ਸਹੇਲੀਆਂ ਨਾਲ ਖੇਡਦੀ ਤਾਂ ਉਹ ਆਪਣੇ ਨਿਯਮ ਬਣਾਉਂਦੀ ਅਤੇ ਸਭ ਉਸ ਨੂੰ ਉਸਦੇ ਅਨੁਸਾਰ ਹੀ ਚੱਲਣ ਖੇਡਣ ਲਈ ਮਜਬੂਰ ਕਰਦੀ ਅਤੇ ਉਹਨਾਂ ਨੂੰ ਗੁੱਸੇ ਵੀ ਹੁੰਦੀ। ਉਹਦੀਆਂ ਜੋ ਸਹੇਲੀਆਂ ਸੀ ਉਸ ਨੂੰ ਕੇਵਲ ਇਸ ਲਈ ਝੇਲਦੀਆਂ ਕਿਉਂਕਿ ਉਸਦੇ ਮਾਤਾ ਪਿਤਾ ਉਹਨਾਂ ਨੂੰ ਮਹਿੰਗੇ ਤੋਹਫੇ ਦਿੰਦੇ ਸੀ। ਇਹ ਕਿਸ ਦੀ ਉਦਾਹਰਨ ਹੈ? ਸੋ ਉਦਾਹਰਨ ਦੱਸਣਾ ਹੈ ਤਾਂ ਇਹ ਹੈ ਜੀ ਆਪਸ਼ਨ ਡੀ, ਘੁਲ ਮਿਲ ਜਾਣ ਵਾਲੇ ਮਾਤਾ ਪਿਤਾ ਦੀ ਇਹ ਉਦਾਹਰਨ ਹੈ। ਸੋ ਇੱਥੇ ਕੋਈ ਵੀ ਨਾਮ ਹੈ ਜਿਹੜਾ ਚੇਂਜ ਹੋ ਸਕਦਾ ਹੈ। ਸੋ ਕਾਫੀ ਲੰਬਾ ਕੁਐਸਚਨ ਜਿਹੜੇ ਪੁੱਛਿਆ ਗਿਆ ਸੀਗਾ। ਅਗਲਾ ਪ੍ਰਸ਼ਨ ਹੈ, ਇੱਕ ਵਿਦਿਆਰਥੀ ਦੁਆਰਾ ਪ੍ਰਾਪਤ ਅੰਕਾਂ ਦੀ ਤੁਲਨਾ ਕਰਦੇ ਹਾਂ ਤਾਂ ਹੇਠਾਂ ਦਿੱਤੇ ਜੋ ਟੈਸਟ ਨੇ ਇਹ ਕੀ ਦਰਸਾਉਂਦੇ ਹੈ? ਪਿਛਲੇ ਸਾਲ ਵਿੱਚ ਪ੍ਰਾਪਤ ਕੀਤੇ ਅੰਕਾਂ ਦੀ ਔਸਤ, ਹੋਰ ਵਿਦਿਆਰਥੀਆਂ ਦਾ ਉਸ ਹੀ ਟੈਸਟ ਵਿੱਚ ਪ੍ਰਾਪਤ ਅੰਕ, ਹੋਰ ਵਿਦਿਆਰਥੀਆਂ ਦਾ ਵੱਖ ਜਮਾਤਾਂ ਵਿੱਚ ਕੀਤਾ ਕੰਮ, ਜਾਂ ਪਹਿਲਾਂ ਹੀ ਤੈਅ ਕੀਤੇ ਨਿਯਮਾਂ ਨੂੰ ਹੀ ਮੰਨ ਲਿਆ ਜਾਵੇ। ਤਾਂ ਇਹਦਾ ਰਾਈਟ ਆਨਸਰ ਆਏਗਾ ਜਿਹੜਾ ਆਪਸ਼ਨ ਬੀ ਆਏਗਾ, ਹੋਰ ਵਿਦਿਆਰਥੀਆਂ ਦਾ ਉਸ ਹੀ ਟੈਸਟ ਵਿੱਚ ਪ੍ਰਾਪਤ ਅੰਕ। ਤਾਂ ਆਪਸ਼ਨ ਬੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਸ ਵਿਵਸਥਾ ਵਿੱਚ ਬੱਚਿਆਂ ਨੂੰ ਇਹ ਕਿਹਾ ਜਾਵੇ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਤੇ ਆਪਣੇ ਵਰਤਾਓ ਨੂੰ ਪੂਰਨ ਤੌਰ 'ਤੇ ਗ੍ਰਹਿਣ ਕਰ ਲੈਣ। ਇਹ ਪਹਿਲੀ ਵਾਰੀ ਹੋਵੇਗੀ ਜਦੋਂ ਉਹ ਇੰਨੇ ਵੱਡੇ ਸਮਾਜਿਕ ਸੰਸਾਰ ਦੇ ਨਾਲ ਉਹਨਾਂ ਦਾ ਸਾਹਮਣਾ ਹੋਵੇਗਾ। ਐਰਿਕਸਨ ਦੀ ਮਨੋਵਿਗਿਆਨਕ ਸਿਧਾਂਤ ਦੇ ਅਨੁਸਾਰ ਇਹ ਅਵਸਥਾ ਜਿਹੜੀ ਕਿਹੜੀ ਹੋਵੇਗੀ? ਖੁਦ ਮੁਖਤਿਆਰੀ ਬਨਾਮ ਸ਼ਰਮਿੰਦਗੀ ਅਤੇ ਸੰਦੇਹ, ਪਹਿਲ ਕਰਨਾ ਬਨਾਮ ਕਸੂਰਵਾਰ, ਉਦਮੀ ਬਨਾਮ ਹੀਨਤਾ, ਵਿਸ਼ਵਾਸ ਬਨਾਮ ਅਵਿਸ਼ਵਾਸ। ਤਾਂ ਇਹ ਜਿਹੜੀ ਵਿਵਸਥਾ ਹੈ ਐਰਿਕਸਨ ਮਨੋਵਿਗਿਆਨਿਕ ਸਿਧਾਂਤ ਦੇ ਅਨੁਸਾਰ ਹੈ ਉਹ ਆਪਸ਼ਨ ਬੀ ਆਏਗੀ, ਪਹਿਲ ਕਰਨਾ ਵਰਸਸ ਕਸੂਰਵਾਰ। ਤਾਂ ਆਪਸ਼ਨ ਬੀ ਰਾਈਟ ਆਨਸਰ ਆਏਗਾ। ਸੋ ਬਹੁਤ ਹੀ ਔਖਾ ਜਿਹੜਾ ਆਪਾਂ ਕਹਿ ਸਕਦੇ ਕੁਐਸਚਨ ਵਿੱਚ ਪੁੱਛੇ ਗਏ ਸੀ 2016 ਦੇ ਪੰਜਾਬ ਟੈਟ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਉਹ ਪ੍ਰਕਿਰਿਆ ਜਿਸ ਵਿੱਚ ਕਿਸੇ ਵਸਤੂ ਦੀ ਇੱਕ ਨਿਸ਼ਚਿਤ ਸਮੇਂ ਵਿੱਚ ਵਾਰ-ਵਾਰ ਆਲੋਚਨਾ ਨੂੰ ਸਹਿਜ ਸੁਭਾਅ ਸਿੱਖਿਆ ਜਾਂਦਾ ਹੈ ਜਿਸ ਨੂੰ ਛਾਪ ਕਿਹਾ ਜਾਂਦਾ ਹੈ, ਇਹ ਸੰਕਲਪ ਕਿਸ ਨੇ ਦਿੱਤਾ ਸੀ? लारेंज, ब्रोनफेन, ब्रेनर, बंडूरा या फिर वाइगोत्स्की के द्वारा।
ਤਾਂ ਇਹ ਦਿੱਤਾ ਗਿਆ ਸੀਗਾ ਜਾਂ ਲਾਰੈਂਸ ਦੇ ਦੁਆਰਾ ਇਹ ਸੰਕਲਪ ਜਿਹੜਾ ਦਿੱਤਾ ਗਿਆ ਸੀ। ਆਪਸ਼ਨ ਏ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਦਿਮਾਗ ਤੇ ਸਿਰ ਆਪਸੀ ਤਾਲਮੇਲ ਬਾਹਾਂ ਤੇ ਲੱਤਾਂ ਤੋਂ ਪਹਿਲਾਂ ਵਿਕਸਿਤ ਹੋ ਜਾਂਦਾ ਹੈ, ਜਦੋਂ ਕਿ ਸਿਰ ਦਾ ਸੰਬੰਧ ਬਾਕੀ ਸਰੀਰ ਨਾਲ ਜੁੜਿਆ ਹੋਇਆ ਹੈ। ਇਹ ਉਦਾਹਰਨ ਕਿਸ ਤਰ੍ਹਾਂ ਦਾ ਵਿਕਸਿਤ ਝੁਕਾਅ ਜਾਂ ਫਿਰ ਤਰੀਕੇ ਦਾ ਹੈ? ਤਾਂ ਇਹਦਾ ਰਾਈਟ ਆਨਸਰ ਆਏਗਾ ਜੀ ਆਪਸ਼ਨ ਏ ਸੈਫੀਆਲਾਡੋਇਕਲ ਤਰੀਕਾ ਇਸ ਨੂੰ ਕਿਹਾ ਜਾਏਗਾ। ਇੱਕ ਹੀ ਸਥਿਤੀ 'ਤੇ ਪੂਰਾ ਧਿਆਨ ਦੇਣ ਦੀ ਪ੍ਰਵਿਰਤੀ ਅਤੇ ਬਾਕੀ ਹੋਰ ਚੀਜ਼ਾਂ ਨੂੰ ਬੇਧਿਆਨ ਕਰਨ ਦੇ ਸੁਭਾਅ ਨੂੰ ਜਾਣਿਆ ਜਾਂਦਾ ਹੈ। ਸੁਰੱਖਿਅਤ ਰਹਿਣ ਦਾ ਕੰਮ ਯਾਨੀ ਕਿ ਸੰਭਾਲ, ਕੇਂਦਰੀਕਰਨ, ਉਲਟਾਓ ਜਾਂ ਫਿਰ ਅਹਿਮਵਾਦੀ। ਤੇ ਇਹਦਾ ਰਾਈਟ ਆਨਸਰ ਆਏਗਾ ਆਪਸ਼ਨ ਬੀ ਕੇਂਦਰੀਕਰਨ ਕਰਨ ਦੇ ਸੁਭਾਅ ਜਿਹੜਾ ਕੇਂਦਰੀਕਰਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 10, ਇੱਕ ਬੱਚਾ ਕਿਸੇ ਵੀ ਵਸਤੂ ਤੇ ਘਟਨਾ ਨੂੰ ਤਰਕ ਵਿਤਰਕ ਨਾਲ ਸੋਚ ਕਰਦਾ ਹੈ। ਇਹ ਵਿਸ਼ੇਸ਼ਤਾ ਪਾਈਜੇਨੀਅਨ ਦੀ ਅਵਸਥਾ ਹੈ। ਤਾਂ ਇਹਦਾ ਜਿਹੜਾ ਰਾਈਟ ਆਨਸਰ ਬਣੇਗਾ ਉਹ ਬਣੇਗਾ ਠੋਸ ਕਿਰਿਆ ਆਪਸ਼ਨ ਸੀ। ਕਾਫੀ ਔਖਾ ਜਿਹੜਾ 2016 ਦਾ ਇਹ ਐਗਜ਼ਾਮ ਸੀਗਾ। ਸਾਈਕੋ ਦੇ ਕਿੰਨੇ ਔਖੇ ਕੁਐਸਚਨ ਹੈ ਤੁਸੀਂ ਖੁਦ ਵੀ ਦੇਖ ਸਕਦੇ ਹੋ 2017 ਵਾਲੇ ਪੇਪਰ ਨਾਲੋਂ। ਤਾਂ ਆਪਣੇ ਬਣਾਏ ਸਰਚਨਾਤਮਕ ਵਿਚਾਰ ਆਜ਼ਾਦ ਕਰਨ ਦੇ ਵਿੱਚ ਕੇਂਦਰੀ ਵਿਚਾਰ ਕੀ ਹੈ? ਤਾਂ 4 ਇਹਦੇ ਵਿੱਚ ਕਥਨ ਦਿੱਤੇ ਗਏ ਨੇ। ਨੀਚੇ ਆਨਸਰਾਂ ਦੀ ਸਾਰਣੀ ਦਿੱਤੀ ਗਈ ਹੈ ਕਿ ਕਿਹੜਾ ਆਨਸਰ ਜਿਹੜਾ ਰਾਈਟ ਹੋਏਗਾ। ਤਾਂ ਇਹਦਾ ਆਨਸਰ ਹੈ ਜਿਹੜਾ ਆਪਸ਼ਨ ਬੀ ਰਾਈਟ ਹੋਏਗਾ, ਜਿਹਦੇ ਵਿੱਚ ਪਹਿਲੀ ਲਾਈਨ ਆ ਜਾਏਗੀ ਅਤੇ ਦੂਸਰੀ, ਆਪਣਾ ਗਿਆਨ ਬਣਾਉਣ ਲਈ ਵਿਦਿਆਰਥੀ ਬੜੇ ਚੁਸਤ ਹੁੰਦੇ ਨੇ। ਗਿਆਨ ਬਣਾਉਣ ਲਈ ਸਮਾਜਿਕ ਗੱਲਬਾਤ ਬੜੀ ਮਹੱਤਵਪੂਰਨ ਹੁੰਦੀ ਹੈ। ਤਾਂ ਆਪਸ਼ਨ ਬੀ ਇਹਦੇ ਵਿੱਚ ਰਾਈਟ ਆਨਸਰ ਬਣੇਗਾ ਕੁਐਸਚਨ ਦੇ ਹਿਸਾਬ ਨਾਲ। ਅਗਲਾ ਪ੍ਰਸ਼ਨ ਹੈ, ਜਦ ਇੱਕ ਬੱਚਾ ਰੰਗ ਤੇ ਲੰਬਾਈ ਇਹਨਾਂ ਦੋ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਦੋ ਬਲਾਕ ਨੂੰ ਵੱਖ ਕਰਦਾ ਹੈ, ਇਹ ਉਸ ਦੀ ਯੋਗਤਾ ਦਰਸਾਉਂਦੀ ਹੈ। ਇਕੱਠੇ ਕਰਨਾ ਜਾਂ ਸਮਾਯੋਜਿਤ ਕਰਨਾ, ਅਪਣਾ ਲੈਣਾ, ਬਣਾ ਲੈਣਾ ਜਾਂ ਫਿਰ ਭੇਦ ਕਰਨਾ। ਤਾਂ ਇਹਦਾ ਰਾਈਟ ਆਨਸਰ ਆਏਗਾ ਜਿਹੜਾ ਆਪਸ਼ਨ ਡੀ ਆਏਗਾ ਭੇਦ ਕਰਨਾ। ਤਾਂ ਇਹ ਯੋਗਤਾ ਜਿਹੜੀ ਉਹਦੀ ਦਰਸਾਏਗੀ। ਅਗਲਾ ਪ੍ਰਸ਼ਨ ਹੈ, ਵਿਅਕਤੀਗਤ ਸਿੱਖਿਆ ਕਾਰਜ IEP ਕਿਸ ਲਈ ਹੈ? ਤਾਂ ਇਹਦਾ ਰਾਈਟ ਆਨਸਰ ਆਏਗਾ ਜਿਹੜਾ ਆਪਸ਼ਨ ਸੀ, ਹਰ ਬੱਚੇ ਲਈ ਉਸ ਦੀਆਂ ਜ਼ਰੂਰਤਾਂ ਅਨੁਸਾਰ ਇੱਕ ਸਹੀ ਪ੍ਰੋਗਰਾਮ ਪ੍ਰਦਾਨ ਕਰਨਾ। ਜੋ ਵਿਅਕਤੀਗਤ ਸਿੱਖਿਆ ਕਾਰਜ ਹੈ ਜਿਹਨੂੰ IEP ਕਿਹਾ ਜਾਂਦਾ ਹੈ। ਤਾਂ ਆਪਸ਼ਨ ਸੀ ਇਹਦੇ ਵਿੱਚ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਇੱਕ ਬੱਚਾ ਜਿਹੜਾ ਇਲਤੀ ਹੈ ਆਪਣੀ ਵਾਰੀ ਆਉਣ ਤੱਕ ਪਰੇਸ਼ਾਨ ਕਰਦਾ ਹੈ, ਜਮਾਤ ਦੀ ਕਾਰਜਸ਼ੀਲਤਾ ਦੇ ਵਿੱਚ ਧਿਆਨ ਨਹੀਂ ਦਿੰਦਾ, ਇਹੋ ਜਿਹਾ ਬੱਚਾ ਜ਼ਿਆਦਾਤਰ ਕਿਸ ਸ਼੍ਰੇਣੀ ਦੇ ਵਿੱਚ ਆਉਂਦਾ ਹੈ? ਤਾਂ ਇਹ ਆਉਂਦਾ ਜੀ ADHD। ਸੋ 2017 ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਵੀ ਇਹ ਕੁਐਸਚਨ ਪੁੱਛਿਆ ਗਿਆ। ਤਾਂ ਨਾਮ ਬਦਲ ਦਿੱਤਾ ਗਿਆ ਸੀ ਕਿ ਕੋਈ ਕੁੜੀ ਹੈ ਜਾਂ ਮੁੰਡਾ ਹੈ ਜੋ ਕਲਾਸ ਦੇ ਵਿੱਚ ਇੱਕ ਜਗ੍ਹਾ 'ਤੇ ਟਿਕ ਕੇ ਨਹੀਂ ਬਹਿੰਦਾ, ਯਾਨੀ ਕਿ ਹਲਚਲ ਜਿਹੜਾ ਕਰਦਾ ਰਹਿੰਦਾ, ਸ਼ਰਾਰਤ ਕਰਦਾ ਰਹਿੰਦਾ ਹੈ। ਤਾਂ ਉਹ ਕਿਹੜੀ ਸ਼੍ਰੇਣੀ ਵਿੱਚ ਆਉਂਦਾ? ਬਿਲਕੁਲ ਸ਼ਾਰਟ ਦੇ ਵਿੱਚ ਪਾਇਆ ਸੀ ਤਾਂ ਉਹਦੇ ਵਿੱਚ ADHD ਪਾਇਆ ਗਿਆ ਸੀਗਾ। ਧਿਆਨ ਵਿੱਚ ਕਮੀ ਤੇ ਉੱਚ ਕਾਰਜਸ਼ੀਲਤਾ ਵਿਕਾਰ, ਬ੍ਰੈਕਟ ਦੇ ਵਿੱਚ ਅਟੈਂਸ਼ਨ ਡੈਫੀਸਿਟ ਹਾਈਪਰ ਐਕਟਿਵ ਡਿਸਆਰਡਰ। ਸੋ ਇਹਨਾਂ 'ਚੋਂ ਕੋਈ ਵੀ ਆਪਸ਼ਨ ਤੁਹਾਨੂੰ ਪਾਈ ਜਾ ਸਕਦੀ ਹੈ। ਤਾਂ ਆਪਸ਼ਨ ਬੀ ADHD ਤੁਸੀਂ ਯਾਦ ਰੱਖ ਲਿਓ, ਬਸ ਇਹੀ ਇਹਦਾ ਆਨਸਰ ਬਣਦਾ ਹੈ। ਅਗਲਾ ਪ੍ਰਸ਼ਨ ਹੈ, ਇਸ ਵਿੱਚੋਂ ਕਿਹੜਾ ਸਭ ਤੋਂ ਚੰਗਾ ਜਮਾਤ ਵਿੱਚ ਪਿੱਛਾ ਕਰਨਾ ਟਰੈਕਿੰਗ ਬਾਰੇ ਦੱਸਦਾ ਹੈ? ਤਾਂ ਇਹਦਾ ਰਾਈਟ ਆਨਸਰ ਆਏਗਾ ਆਪਸ਼ਨ ਸੀ, ਇੱਕੋ ਜਮਾਤ ਵਿੱਚ ਵੱਖਰੀਆਂ ਯੋਗਤਾਵਾਂ ਰੱਖਣ ਵਾਲੇ ਬੱਚਿਆਂ ਲਈ ਖਾਸ ਪ੍ਰੋਗਰਾਮ ਬਣਾਉਣਾ। ਤੇ ਵਿੱਚ ਆਪਸ਼ਨ ਸੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਬੱਚੇ ਦੇ ਮੁਕਾਬਲੇ ਦੀ ਸ਼ਕਤੀ ਤੇ ਆਪਣਾ ਕੰਮ ਆਪ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ? ਤਾਂ ਨੀਚੇ ਸਾਰਣੀ ਦਿੱਤੀ ਗਈ ਹੈ। ਤਾਂ ਇਸ ਦੇ ਅਨੁਸਾਰ ਇਹਦਾ ਆਨਸਰ ਬਣੇਗਾ ਆਪਸ਼ਨ ਡੀ, ਪਹਿਲਾ ਕਾਲਮ ਆ ਜਾਏਗਾ, ਤੀਜਾ ਅਤੇ ਚੌਥਾ। ਬੱਚਿਆਂ ਨੂੰ ਚੁਣੌਤੀਪੂਰਨ ਕੰਮ ਦੇ ਕੇ ਸਫਲ ਹੋਣ ਵਿੱਚ ਸਹਾਇਤਾ, ਸਾਰੇ ਬੱਚਿਆਂ ਨੂੰ ਇੱਕ ਸਹੀ ਸ਼ਾਬਾਸ਼ੀ ਦੇਣਾ ਉਸ ਲਈ ਕਿ ਉਹ ਜੋ ਕਰ ਸਕਦੇ ਹਨ ਤੇ ਨਹੀਂ ਕਰ ਸਕਦੇ, ਵਿਦਿਆਰਥੀਆਂ ਵਿੱਚ ਠੋਸ ਮੈਕੈਨਿਜ਼ਮ ਵਿਕਸਿਤ ਕਰਨਾ ਤਾਂ ਕਿ ਉਹ ਸਮੇਂ ਦੇ ਨਾਲ ਨਾਲ ਆਪਣੇ ਵਿਕਾਸ ਨੂੰ ਜਾਣ ਸਕਣ। ਤਾਂ ਸਾਰਣੀ ਦੇ ਹਿਸਾਬ ਨਾਲ ਡੀ ਇਹਦੇ ਵਿੱਚ ਰਾਈਟ ਆਨਸਰ ਬਣੇਗਾ।
ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 17, ਹੇਠ ਲਿਖੀਆਂ ਸਥਿਤੀਆਂ ਵਿੱਚ ਕਿਹੜੀ ਸਿੱਖਣ ਵਿੱਚ ਅਸਹਾਏ ਦਾ ਸਬੂਤ ਹੈ? ਤਾਂ ਇਹ ਬਣੇਗਾ ਜੀ ਆਪਸ਼ਨ ਬੀ। ਵਿਦਿਆਰਥੀਆਂ ਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਕੁੜੀ ਮੁੰਡਾ ਕਦੇ ਵੀ ਆਪਣੀ ਸਿੱਖਿਆ ਨੂੰ ਨਿਯੰਤਰਿਤ ਅਤੇ ਬਿਹਤਰ ਨਹੀਂ ਕਰ ਸਕਦੇ। ਜੋ ਸਿੱਖਣ ਦੇ ਵਿੱਚ ਅਸਹਾਏ ਦਾ ਇਹ ਸਬੂਤ ਹੈ ਇਹ ਸਥਿਤੀਆਂ ਦੇ ਵਿੱਚ। ਆਪਸ਼ਨ ਬੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮਮਤਾ ਦੇ ਬਾਰੇ ਦੇਖਿਆ ਗਿਆ ਕਿ ਟੈਲੀਫੋਨ ਨੰਬਰ ਯਾਦ ਕਰਨ ਵਿੱਚ ਉਹ ਨੰਬਰ ਨੂੰ ਕਈ ਵਾਰ ਡਾਇਲ ਕਰਨ ਤੋਂ ਪਹਿਲਾਂ ਆਪ ਦੁਹਰਾਉਂਦੀ ਹੈ। ਇਹ ਕਿਸ ਦੀ ਉਦਾਹਰਨ ਹੈ? ਟੋਟਿਆਂ ਵਿੱਚ ਯਾਦ ਕਰਨਾ, ਦੇਖਣ ਸ਼ਕਤੀ ਦਾ, ਵਿਸਤਾਰ ਸ਼ਕਤੀ ਦਾ ਜਾਂ ਫਿਰ ਦੁਹਰਾਓ ਦਾ। ਤਾਂ ਇਹ ਹੈ ਜੀ ਦੁਹਰਾਓ ਦਾ ਉਦਾਹਰਨ। ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਪ੍ਰੋਕਸੀਮਲ ਵਿਕਾਸ ZPD ਉਹ ਖੇਤਰ ਹੈ ਜੋ ਬੱਚੇ ਵਿੱਚ ਚਾਲੂ ਵਿਕਾਸ ਸਤਰ ਤੇ ਵਿਕਾਸ ਦਾ ਸਤਰ ਜੋ ਬੱਚਾ ਪ੍ਰਾਪਤ ਕਰਦਾ ਹੈ। ਤਾਂ ਇਹਦਾ ਆਨਸਰ ਆਏਗਾ ਜੀ ਆਪਸ਼ਨ ਡੀ, ਵੱਡਿਆਂ ਦੇ ਨਿਰਦੇਸ਼ਾਂ ਨਾਲ ਤੇ ਯੋਗ ਸਹਿਪਾਠੀਆਂ ਕੋਲੋਂ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਇੱਕ ਅਧਿਆਪਕ ਚਾਹੁੰਦਾ ਹੈ ਕਿ ਉਸਦਾ ਵਿਦਿਆਰਥੀ ਸਾਰਾ ਘਰ ਦਾ ਕੰਮ ਜਿਹੜਾ ਪੂਰਾ ਕਰੇ। ਉਹ ਉਸ ਦੇ ਕੰਮ ਦਾ ਹਰ ਹਿੱਸਾ ਪੂਰਾ ਕਰਨ ਉਪਰੰਤ ਉਸ ਦੀ ਵਡਿਆਈ ਕਰਦਾ ਹੈ ਜਾਂ ਕਰਦੀ ਹੈ। ਅਧਿਆਪਕ ਦੇ ਇਸ ਕੰਮ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸ ਨੂੰ ਕਿਹਾ ਜਾਂਦਾ ਜੀ ਆਕਾਰ ਦੇਣਾ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਅਧਿਆਪਕ ਨੇ ਪੜ੍ਹਾਉਂਦਿਆਂ ਹੋਇਆਂ ਇਹ ਖੋਜਿਆ ਕਿ ਵਿਦਿਆਰਥੀ ਆਪਣੀ ਜਾਣਕਾਰੀ ਪਹਿਲਾਂ ਤੋਂ ਹੀ ਮਿਲੀ ਜਾਣਕਾਰੀ ਨਾਲ ਜੋੜ ਕੇ ਵਿਚਾਰਦੇ ਨੇ। ਪਿਆਜੇ ਦੇ ਸਿਧਾਂਤ ਦੇ ਅਨੁਸਾਰ ਉਹ ਕਿਹੜੀ ਕਿਰਿਆ ਇਸਤੇਮਾਲ ਕਰਦੇ ਨੇ? ਤਾਂ ਇਹ ਕਿਰਿਆ ਕਰਦੇ ਨੇ ਜੀ ਘੁਲ ਮਿਲ ਜਾਣਾ ਦੀ ਕਿਰਿਆ ਇਸ ਨੂੰ ਕਿਹਾ ਜਾਏਗਾ ਪਿਆਜੇ ਦੇ ਸਿਧਾਂਤ ਦੇ ਅਨੁਸਾਰ। ਆਪਸ਼ਨ ਬੀ ਰਾਈਟ ਆਨਸਰ ਆਏਗਾ। ਸਿੱਖਿਆ ਦੀ ਜਾਣਕਾਰੀ ਕਿਰਿਆ ਦੀ ਪਹੁੰਚ ਇਸ ਤਰ੍ਹਾਂ ਵੱਖਰੀ ਹੈ। ਬਿਲਕੁਲ ਸ਼ਾਰਟ ਦੇ ਵਿੱਚ ਕੁਐਸਚਨ ਵਿੱਚ ਪਾਏ ਗਏ ਨੇ। ਤਾਂ ਇਹਦਾ ਰਾਈਟ ਆਨਸਰ ਬਣੇਗਾ ਆਪਸ਼ਨ ਬੀ। ਵਿਦਿਆਰਥੀਆਂ ਨੂੰ ਜਾਗਰਤ ਕਰੇ ਕਿ ਕਿਸ ਤਰ੍ਹਾਂ ਉਹ ਸਿੱਖਣ ਅਤੇ ਆਪਣੀ ਜਮਾਤ ਵਿੱਚ ਪਹਿਲੇ ਤੋਂ ਚੰਗਾ ਕਰਨ। ਅਗਲਾ ਪ੍ਰਸ਼ਨ ਹੈ ਸਕਿਨਰ ਤੇ ਕਿਰਿਆਤਮਕ ਅਨੁਕੂਲਨ। ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਬਣੇਗਾ ਆਪਸ਼ਨ ਸੀ ਬਣੇਗਾ। ਜਾਨਵਰਾਂ ਅਤੇ ਮਨੁੱਖਾਂ ਦੀ ਆਪਣੇ ਤੋਂ ਪ੍ਰੇਰਿਤ ਕਿਰਿਆ ਉਦੋਂ ਮਜ਼ਬੂਤ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਪ੍ਰੋਤਸਾਹਨ ਵਧਾਵਾ ਦਿੱਤਾ ਜਾਂਦਾ ਹੈ। ਤਾਂ ਸਕਿਨਰ ਜੋ ਮਨੋਵਿਗਿਆਨੀ ਹੋਏ ਨੇ ਇਸ ਦੇ ਕਿਰਿਆਤਮਕ ਅਨੁਕੂਲਨ ਦਾ ਜਿਹੜਾ ਕੁਐਸਚਨ ਬਣਦਾ ਹੈ ਇਸ ਦੇ ਅਨੁਸਾਰ ਆਨਸਰ ਹੈ ਜਿਹੜਾ ਆਪਸ਼ਨ ਸੀ ਬਣੇਗਾ। ਅਗਲਾ ਪ੍ਰਸ਼ਨ ਹੈ ਅਧਿਆਪਕ ਨੇ ਆਪਣੀ ਜਮਾਤ ਵਿੱਚ ਬੱਚਿਆਂ ਨੂੰ ਕਿਹਾ ਕਿ ਪਹਿਲਾਂ ਉਹ ਕਰੋ ਜੋ ਮੈਂ ਚਾਹੁੰਦਾ ਹਾਂ, ਫਿਰ ਤੁਸੀਂ ਉਹ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਕਿਹੜੇ ਸਿਧਾਂਤ ਦੇ ਅਨੁਸਾਰ ਆਉਂਦਾ ਹੈ? ਤਾਂ ਇਹ ਆਉਂਦਾ ਜੀ ਪ੍ਰੀ-ਮੈਕ ਦਾ ਸਿਧਾਂਤ। ਆਪਸ਼ਨ ਏ ਸਾਡਾ ਰਾਈਟ ਆਨਸਰ ਆਏਗਾ। ਬੋਲਣ ਵਾਲੇ ਨਿਰਦੇਸ਼ ਦੇ ਢਾਂਚੇ ਅਧਿਆਪਕ ਲਈ ਸਹਾਇਕ ਅਤੇ ਦੂਜੇ ਵਿਦਿਆਰਥੀਆਂ ਲਈ ਹਨ। ਵਿਦਿਆਰਥੀਆਂ ਦੀ ਮਦਦ ਲਈ ਇੱਕ ਪੁਲ ਹਨ। ਆਪਣੀਆਂ ਰੋਜ਼ਾਨਾ ਦੀਆਂ ਯੋਗਤਾਵਾਂ ਅਤੇ ਇਰਾਦੇ ਉਦੇਸ਼ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਹਦੇ ਵਿੱਚ ਇਹਦਾ ਰਾਈਟ ਆਨਸਰ ਬਣੇਗਾ ਆਪਸ਼ਨ ਬੀ ਉਚਾਈ। ਅਗਲਾ ਪ੍ਰਸ਼ਨ ਹੈ ਕਾਰਲ ਗਿਲੀਗਨ ਕੋਲਬਰਗ ਦੇ ਨੈਤਿਕ ਦੁਬੰਧ ਦੇ ਬਾਰੇ ਦ੍ਰਿੜਤਾ ਨਾਲ ਕਹਿੰਦਾ ਹੈ ਕਿ ਮਰਦ ਅਤੇ ਔਰਤਾਂ ਨੂੰ ਵੱਖਰੇ ਸਤਰਾਂ 'ਤੇ ਗਿਣਿਆ ਜਾ ਸਕਦਾ ਹੈ। ਤਾਂ ਇਹਦਾ ਰਾਈਟ ਆਨਸਰ ਆਏਗਾ ਆਪਸ਼ਨ ਏ। ਮਰਦ ਹੈ ਜਿਹੜਾ ਵਿਵਹਾਰਕ ਨਿਆਂ ਦੇ ਆਧਾਰ 'ਤੇ ਕੰਮ ਕਰਦੇ ਹਨ, ਔਰਤਾਂ ਨਹੀਂ। ਅਗਲਾ ਪ੍ਰਸ਼ਨ ਹੈ ਗਾਰਡਨਰ ਦੇ ਅਨੁਸਾਰ ਹੇਠਲੇ ਗਏ ਵਿੱਚੋਂ ਕਿਹੜੀ ਬੁੱਧੀਮਤਾ ਦਾ ਜਿਹੜਾ ਪ੍ਰਕਾਰ ਹੈ ਉਹ ਨਹੀਂ ਹੈ? ਤਾਂ ਉਹ ਹੈ ਜੀ ਵੇਖਣ ਅਤੇ ਸੁਣਨ ਦਾ ਮਾਪ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਰੀਆ ਸਮਝਦੀ ਹੈ ਕਿ ਵੱਡੇ ਗਲਾਸ ਵਿੱਚ ਵੀ ਛੋਟੇ ਗਲਾਸ ਜਿੰਨੀ ਹੀ ਕੋਲਡ ਡਰਿੰਕ ਆਉਂਦੀ ਹੈ। ਉਸ ਦੀ ਇਹ ਸਮਝ ਕੀ ਦਰਸਾਉਂਦੀ ਹੈ? ਘੁਲ ਜਾਣਾ, ਸਹੂਲਤ, ਸੁਰੱਖਿਅਤ ਜਾਂ ਜੀਵਵਾਦ। ਤਾਂ ਇਹ ਦਰਸਾਉਂਦੀ ਹੈ ਜੀ ਸੁਰੱਖਿਅਤ। ਆਪਸ਼ਨ ਸੀ ਰਾਈਟ ਆਨਸਰ ਆਏਗਾ। ਵਸਾਣੁਗੁਣਤਾ ਦਾ ਵਿਚਾਰ ਕਿਸ ਨੇ ਦਿੱਤਾ ਸੀਗਾ? ਤਾਂ ਇਹ ਦਿੱਤਾ ਸੀਗਾ ਜੀ ਪਿਆਜੇ ਨੇ। ਬੁੱਧੀਮਤਾ ਦੇ ਦੋ ਤੱਤਾਂ ਦਾ ਸਿਧਾਂਤ ਕਿਸ ਨੇ ਦਿੱਤਾ ਸੀਗਾ?
ਬੁੱਧੀ ਦੇ 2 ਤੱਤ ਹੁੰਦੇ ਨੇ ਤਾਂ ਇਹ 23 ਸਪੀਅਰਮੈਨ ਨੇ। ਆਪਸ਼ਨ ਏ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ 2016 ਸਤੰਬਰ ਮੰਥ ਦੇ ਵਿੱਚ ਹੋਇਆ ਪ੍ਰੀਵੀਅਸ ਪੰਜਾਬ ਟੈਟ ਦੇ ਪੈਡਾਗੋਜੀ ਦੇ ਕੁਐਸਚਨ ਸੀ। ਕੱਲ੍ਹ ਜਿਹੜੇ ਅਗਲਾ ਪ੍ਰੀਵੀਅਸ ਟੈਟ ਦਾ ਐਗਜ਼ਾਮ ਹੋਏਗਾ ਪੈਡਾਗੋਜੀ ਦੇ ਜੋ ਕੁਐਸਚਨ ਪੁੱਛੇ ਗਏ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ ਜੀ।